सत श्री अकाल न्यूज़ 18 पंजाब हरियाणा हिमाचल तुसीं देख रहे हो गौरव शुक्ला मैं हां तुहाडे नाल ते इस खबरां दे प्राइम टाइम दे विच अज गल करांगे असीं नवजोत सिंह सिद्धू दी। जी हां, सिद्धू दी गल होनी जरूरी है। क्यों जरूरी है? क्योंकि ये नाम चर्चा दे विच है। ये नाम सिर्फ कांग्रेस दे विच ही नहीं बल्कि इस समय विरोधी पार्टियां दी मीटिंगां दे विच भी गूंज रिहा होवेगा। दरअसल मोगा दी रैली दे विच राहुल गांधी स्टेज दे उत्ते मौजूद सन ते उत्थे नवजोत सिंह सिद्धू भी पहुंचदे ने, पर राहुल गांधी दी मौजूदगी दे विच सिद्धू ने अपने मन दा गुबार खूब कढ़िया, अपनियां दे उत्ते भी ते बेगानियां दे उत्ते भी निशाने साधे ते राहुल गांधी दी मौजूदगी दे विच नवजोत सिंह सिद्धू दे इस बयान ने बड़ा कुछ साफ कर दिता। दरअसल ਜਿਹੜੀ ਵਿਰੋਧੀ ਪਾਰਟੀਆਂ ਸਿੱਧੂ ਨੂੰ ਆਪਣੀ ਪਾਰਟੀ ਦੇ ਵਿੱਚ ਮਿਲਾਉਣ ਦੇ ਲਈ ਬੈਠੀਆਂ ਸੀ, ਰਾਹੁਲ ਗਾਂਧੀ ਦੀ ਫੇਰੀ ਨਾਲ ਉਹਨਾਂ ਦੀ ਆਸ ਧੁੰਦਲੀ ਹੋ ਰਹੀ ਸੀ। ਸਿੱਧੂ ਦੇ ਸਟੇਜ ਦੇ ਉੱਤੇ ਇਸ ਤਰੀਕੇ ਨਾਲ ਬੋਲਣ ਨਾਲ ਉਹਨਾਂ ਨੂੰ ਵੀ ਇੱਕ ਆਸ ਦੀ ਕਿਰਨ ਜ਼ਰੂਰ ਨਜ਼ਰ ਆਈ ਹੈ। ਪਰ ਇਸ ਵਿਚਾਲੇ ਕਿ ਬਾਕੀ ਸਿੱਧੂ ਪਾਰਟੀ ਚੇਂਜ ਕਰਨਗੇ ਤੇ ਸਵਾਲ ਤਾਂ ਇਹ ਵੀ ਹੈ ਕਿ ਸਿੱਧੂ ਕਿਸੇ ਵੀ ਪਾਰਟੀ ਦੇ ਲਈ ਕਿ ਗੇਮ ਚੇਂਜਰ ਸਾਬਿਤ ਹੋ ਸਕਦੇ ਨੇ, ਕਿ ਗੇਮ ਚੇਂਜ ਕਰ ਦੇਣਗੇ ਉਸ ਪਾਰਟੀ ਦੀ ਜਾ ਕੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਜਾਂ ਬੀਜੇਪੀ ਜਾਂ ਕੋਈ ਹੋਰ ਧਿਰ ਕਿਉਂ ਨਾ ਹੋਵੇ। ਪਰ ਸਵਾਲ ਇੱਥੇ ਇਹ ਵੀ ਹੈ कि सिर्फ सिद्धू दा सेलिब्रिटी स्टेटस किसी पार्टी दे लई कारगर हथियार या कि यह ब्रह्मास्त्र हो सकता है या फिर सिद्धू एक खिते या सीट तक सीमित रह सकते हैं। ते सवाल तो यह भी है कि सिद्धू नवे पॉलिटिशियन तो नहीं ने, जदों जनता दे विच जाणगे तां सवाल तां सिद्धू नूं भी कीता जाएगा कि तुसीं बतौर मंत्री अपना रिपोर्ट कार्ड दवो, तुसी बतौर विधायक अपना रिपोर्ट कार्ड दवो ते तुसी बतौर एमपी जो पहला रहे सी उस बतौर भी अपना रिपोर्ट कार्ड जरूर दवो। खैर सवाल तो सारे होंगे। इस विचाले सवाल भी उठ रहे हैं कि सिद्धू वाकई ही नाराज ने या नाराजगी उन्होंने दूर होएगी या नहीं। अब चर्चा इस मुद्दे के उत्ते ही शुरुआती रिपोर्ट के नाल करन जा रहे हैं। दरअसल सिद्धू के उत्ते टिकियां हुई ने सियासी नजरां। अजकल फिर नवजोत सिद्धू का नाम सियासी गलियारिਆਂ ਦੇ ਵਿੱਚ खूब गूंज रहा। सिद्धू बारे असल ਦੇ ਵਿੱਚ चर्चा हरीश रावत ਦੇ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਹੀ ਸ਼ੁਰੂ ਹੋ ਗਈ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਹਰੀਸ਼ ਰਾਵਤ ਨੂੰ ਤਾਂ ਸਿੱਧੂ ਦੇ ਵਿੱਚ ਕਾਂਗਰਸ ਦਾ ਭਵਿੱਖ ਨਜ਼ਰ ਆਉਣ ਲੱਗਾ। ਵੱਡੀ ਜ਼ਿੰਮੇਵਾਰੀ ਦੇਣ ਤੱਕ ਦੀ ਗੱਲ ਕਹਿ ਦਿੱਤੀ। ਸਿੱਧੂ ਦੇ ਘਰ ਹਰੀਸ਼ ਰਾਵਤ ਵੱਲੋਂ ਡਿਨਰ ਵੀ ਹੋਇਆ ਤੇ ਬ੍ਰੇਕਫਾਸਟ ਵੀ, ਤੇ ਆਖਿਰਕਾਰ ਹਰੀਸ਼ ਰਾਵਤ ਸਿੱਧੂ ਨੂੰ ਨਾਲ ਲੈ ਕੇ ਮੋਗਾ 'ਚ ਵੀ ਪਹੁੰਚ ਗਏ ਤੇ ਲੰਬੇ ਵਕਤ ਬਾਅਦ ਸਿੱਧੂ ਕੈਪਟਨ ਦੇ ਨਾਲ ਸਟੇਜ ਸਾਂਝੀ ਕਰਦੇ ਹੋਏ ਨਜ਼ਰ ਆਏ। ਖੇਤੀ ਕਾਨੂੰਨਾਂ ਖਿਲਾਫ ਕੇਂਦਰ ਨੂੰ ਖਰੀਆਂ ਵੀ ਸੁਣਾਈਆਂ, ਜਿਸ ਦੇ ਬਾਅਦ ਸਿੱਧੂ ਦੇ ਕਿਸੇ ਹੋਰ ਪਾਸੇ ਜਾਣ ਦੀਆਂ ਕਿਆਸਰਾਈਆਂ ਤੇ ਵਿਰਾਮ ਲੱਗਦਾ ਹੋਇਆ ਨਜ਼ਰ ਆਇਆ। ਪਰ ਹੁਣ ਭਾਜਪਾ ਦਾ ਜਿਹੜਾ ਬਿਆਨ ਸਾਹਮਣੇ ਆਇਆ, ਇਸ ਬਿਆਨ ਨੇ ਤਾਂ ਮੁੜ ਨਵੀਂ ਚਰਚਾ ਛੇੜ ਦਿੱਤੀ ਹੈ। ਭਾਜਪਾ ਨੇ ਤਾਂ ਅਜੇ ਵੀ ਸਿੱਧੂ ਤੇ ਡੋਰੇ ਪਾਉਣੇ ਨਹੀਂ ਛੱਡੇ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਾਸਟਰ ਮੋਹਨ ਲਾਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਨਵਜੋਤ ਸਿੱਧੂ 2022 ਦੀ ਵਿਧਾਨ ਸਭਾ ਚੋਣ ਭਾਜਪਾ ਤੋਂ ਲੜਨਗੇ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਸਿੱਧੂ ਦਾ ਭਵਿੱਖ ਸਿਰਫ ਬੀਜੇਪੀ ਵਿੱਚ ਹੀ ਹੈ। ਕਿ ਸਿੱਧੂ ਜੀ ਦਾ, ਨਵਜੋਤ ਸਿੱਧੂ ਜੀ ਦਾ ਉਧਾਰ ਭਾਰਤੀ ਜਨਤਾ ਪਾਰਟੀ 'ਚ ਹੋਣਾ ਔਰ 22 ਦਾ ਇਲੈਕਸ਼ਨ ਦੇਖੋਗੇ ਤੇ ਉਹ ਨਵਜੋਤ ਸਿੱਧੂ ਭਾਰਤੀ ਜਨਤਾ ਪਾਰਟੀ 'ਚ ਆ ਕਰਕੇ ਲੜੇਗਾ। ਇਹ ਵੀ ਦੇਖ ਲੈਣਾ, ਮੈਂ ਗੱਲ ਬਿਲਕੁਲ ਕਨਫਰਮ ਗੱਲ ਕਰ ਰਿਹਾ, ਕੋਈ ਸ਼ਰਾਰਤ ਨਹੀਂ ਕਰ ਰਿਹਾ। ਮੈਨੂੰ ਪਤਾ ਨਾ ਆਪਣੇ ਟੈਂਪਰਾਮੈਂਟ ਦਾ, ਕਿਉਂਕਿ ਉਹਦਾ ਜਨਮ ਭਾਰਤੀ ਜਨਤਾ ਪਾਰਟੀ 'ਚ ਹੋਇਆ ਔਰ ਉਹਦਾ ਉਧਾਰ ਭਾਰਤੀ ਜਨਤਾ ਪਾਰਟੀ 'ਚ ਹੋਣਾ। ਜਿਸ ਬਿਆਨ ਦੇ ਬਾਅਦ ਨਵਜੋਤ ਸਿੱਧੂ ਦੀਆਂ ਕਾਂਗਰਸ ਦੇ ਵਿੱਚ ਸਰਗਰਮੀਆਂ ਵਧੀਆਂ ਤੇ ਕਿਆਸ ਰਾਈਆਂ ਤੇ ਵਿਰਾਮ ਲੱਗਿਆ, ਤੁਹਾਨੂੰ ਉਹ ਬਿਆਨ ਵੀ ਸੁਣਾ ਦਿੰਦੇ ਆ। वो दिल्ली को ख्वाब में भी छिछड़े नजर आते हैं, दिल्ली को ख्वाब में भी छिछड़े नजर आते हैं। शेर सड़े हुए गोश्त का हाथ नहीं डालता। भाजपा वैचारिक रूप से सड़ी हुई पार्टी है। बीजेपी आगू मास्टर मोहन लाल ने तो ਵੱਡਾ दावा कर दिता ਤੇ ਹੁਣ ਕਾਂਗਰਸ ਨੇ ਵੀ बीजेपी ਨੂੰ ਮੋੜਵਾਂ ਜਵਾਬ ਦਿੱਤਾ ਹੈ। ਉਹ ਤਾਂ ਪਤਾ ਨਹੀਂ ਕਿਹੜੇ ਸੁਪਨੇ ਦੁਨੀਆ 'ਚ ਰਹਿੰਦਾ ਹੈ। ਉਹ ਕਈ ਲੋਕ ਸੌਂ ਕੇ ਸੁਪਨੇ ਲੈਂਦੇ ਆ, ਮਾਸਟਰ ਮੋਹਨ ਲਾਲ ਜਾਗਦਾ ਸੁਪਨੇ ਲੈਂਦਾ। ਤਾਂ ਹੁਣ ਕੋਈ ਨਾਰਾਜ਼ਗੀ ਤਾਂ ਨਹੀਂ ਹੈ ਸਿੱਧੂ ਸਾਹਿਬ ਦੇ ਨਾਲ ਜਾਂ ਕੋਈ? ਨਹੀਂ, ਸਾਰੀ ਕਾਂਗਰਸ ਪਾਰਟੀ ਇਕੱਠੀ ਹੈ। ਉਹ ਦੇਖੋ, ਉਹ ਜੋ ਮਰਜ਼ੀ ਕਹੀ ਜਾਣ, ਸਿੱਧੂ ਸਾਹਿਬ ਕਾਂਗਰਸ ਪਾਰਟੀ ਦੇ, ਉਹਨਾਂ ਦੇ ਬਜ਼ੁਰਗ ਵੀ ਜਿਹੜੇ ਕਾਂਗਰਸ ਤੋਂ ਐਮਐਲਏ ਸੀ ਉਹ ਵੀ ਕਾਂਗਰਸ ਦੇ ਵੱਡੇ ਵਜ਼ੀਰ ਰਹੇ ਨੇ ਔਰ ਉਹ ਕਾਂਗਰਸ ਪਾਰਟੀ ਤੋਂ ਹੀ ਲੜਨਗੇ। ਉਹਨਾਂ ਨੂੰ ਆਦਤ ਇਹੋ ਜਿਹੇ ਬਿਆਨ ਬੀਜੇਪੀ ਨੂੰ ਦੇਣ ਦੀ, ਉਹਨਾਂ ਬਿਆਨਾਂ ਦਾ ਕੋਈ ਮੁੱਲ ਨਹੀਂ ਹੈਗਾ।
ਦਰਅਸਲ ਸਿੱਧੂ ਦੇ ਭਾਜਪਾ ਨੂੰ ਛੱਡਣ ਦੀ ਵਜ੍ਹਾ ਹੀ ਅਕਾਲੀ ਭਾਜਪਾ ਦਾ ਗੱਠਜੋੜ ਬਣਿਆ ਸੀ। ਹੁਣ ਤਾਂ 9 ਮਾਰਚ ਦਾ ਰਿਸ਼ਤਾ ਵੀ ਖੇਤੀ ਕਾਨੂੰਨਾਂ ਦੀ ਭੇਟ ਚੜ੍ਹ ਚੁੱਕਾ ਹੈ। ਅਕਾਲੀ ਭਾਜਪਾ ਦੇ ਰਸਤੇ ਵੱਖੋ-ਵੱਖ ਹੋ ਚੁੱਕੇ ਨੇ ਤੇ ਅਜਿਹੇ 'ਚ ਸਵਾਲ ਪੈਦਾ ਹੋਣੇ ਸੁਭਾਵਿਕ ਨੇ ਕਿ ਸਿੱਧੂ ਕਾਂਗਰਸ ਵਿੱਚ ਘੁਟਨਤਾ ਮਹਿਸੂਸ ਨਹੀਂ ਕਰ ਰਹੇ। ਕੀ ਕੋਈ ਵੱਡਾ ਅਹੁਦਾ ਹੀ ਸਿੱਧੂ ਨੂੰ ਕਾਂਗਰਸ ਦੇ ਵਿੱਚ ਰੋਕ ਸਕੇਗਾ? ਕੀ ਰਾਹੁਲ ਗਾਂਧੀ ਦੀ ਫੇਰੀ ਵੀ ਸਿੱਧੂ ਦੀ ਨਾਰਾਜ਼ਗੀ ਦੂਰ ਨਹੀਂ ਕਰ ਸਕੀ? ਕੀ ਸਿੱਧੂ ਜੋੜਾ ਬੀਜੇਪੀ ਦੇ ਵਿੱਚ ਵਾਪਸੀ ਕਰ ਸਕਦਾ ਹੈ? ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਮਾਸਟਰ ਮੋਹਨ ਲਾਲ ਦਾ ਬਿਆਨ ਬਹੁਤ ਕੁਝ ਆਪਣੇ ਆਪ ਦੇ ਵਿੱਚ ਬਿਆਨ ਕਰ ਗਿਆ, ਪਰ ਕੀ ਵਾਕਈ ਇਸ ਬਿਆਨ ਦੇ ਕੋਈ ਮਾਇਨੇ ਕੱਢੇ ਜਾਣ ਕਿ ਇਸ ਸਮੇਂ ਪੰਜਾਬ ਬੀਜੇਪੀ ਦਿਲ ਖੁੱਲ੍ਹ ਕੇ ਸਵਾਗਤ ਕਰ ਰਹੀ ਹੈ? ਕਿਉਂਕਿ ਗੱਲ ਬੀਜੇਪੀ ਦੇ ਵਿੱਚ ਸਿਰਫ ਪੰਜਾਬ ਤੱਕ ਤਾਂ ਸੀਮਿਤ ਨਹੀਂ। ਸਿੱਧੂ ਦੀ ਵਾਪਸੀ ਲਾਜ਼ਮੀ ਤੌਰ ਤੇ ਕੇਂਦਰ ਤੋਂ ਹੀ ਓਕੇ ਹੋਏਗੀ, ਯਾਨੀ ਕਿ ਹਾਈ ਕਮਾਂਡ ਤੋਂ ਓਕੇ ਹੋਏਗੀ ਬੀਜੇਪੀ ਦੀ, ਉਸ ਤੋਂ ਬਾਅਦ ਹੀ ਓਕੇ ਹੋ ਸਕੇਗਾ। ਪਰ ਇਸ ਸਭ ਦੇ ਵਿਚਾਲੇ ਕਾਂਗਰਸ ਦੀ ਇਸ ਸਮੇਂ ਸਥਿਤੀ ਕੀ ਹੈ ਕਿ ਵਾਕਈ ਹੀ ਕਾਂਗਰਸ ਇਸ ਸਮੇਂ ਸਿੱਧੂ ਨੂੰ ਸੰਭਾਲਣ ਦੇ ਮੂਡ ਦੇ ਵਿੱਚ ਹੈ ਜਾਂ ਨਹੀਂ ਹੈ? ਕਿਉਂਕਿ ਪੰਜਾਬ 'ਚ ਬਹੁਤ ਸਾਰੇ ਧੜੇ ਤਾਂ ਕਾਂਗਰਸ ਨਜ਼ਰ ਆਉਂਦੇ ਨੇ। ਹਰ ਇੱਕ ਗੱਲ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਨਾਲ ਜੋੜਦੇ ਹਾਂ। ਜਿਹੜੇ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ ਉਹ ਇੱਕ ਸਵਾਲ ਦਾ ਜਵਾਬ ਦੇ ਕੇ ਆਪਣੀ ਰਾਏ ਸਿੱਧੂ ਦੇ ਉੱਤੇ ਸਾਡੇ ਤੱਕ ਜ਼ਰੂਰ ਪਹੁੰਚਾਉਣ। ਸਾਡਾ ਸਵਾਲ ਸਿੱਧੂ ਦੇ ਨਾਲ ਜੁੜਿਆ ਹੋਇਆ। ਸਵਾਲ ਬਹੁਤ ਸਿੰਪਲ ਜੋ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛ ਰਹੇ ਹਾਂ। ਅੱਜ ਦਾ ਸਵਾਲ ਕਿ ਕਾਂਗਰਸ 'ਚ ਸਿੱਧੂ ਦੀ ਨਾਰਾਜ਼ਗੀ ਦੂਰ ਹੋਵੇਗੀ? ਬਹੁਤ ਸਿੱਧਾ ਸਪਸ਼ਟ ਸਵਾਲ ਤੁਹਾਨੂੰ ਪੁੱਛ ਰਹੇ ਹਾਂ, ਤੁਸੀਂ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣਾ ਹੈ। ਮੈਂ ਇੱਕ ਵਾਰ ਫਿਰ ਤੋਂ ਦੁਹਰਾਉਂਦਾ ਸਵਾਲ ਕਿ ਕਾਂਗਰਸ 'ਚ ਸਿੱਧੂ ਦੀ ਨਾਰਾਜ਼ਗੀ ਦੂਰ ਹੋਵੇਗੀ? ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਸਿੱਧੂ ਦੀ ਨਾਰਾਜ਼ਗੀ ਦੂਰ ਹੋ ਜਾਏਗੀ ਤਾਂ ਤੁਸੀਂ ਟਾਈਪ ਕਰੋ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਸਿੱਧੂ ਦੀ ਨਾਰਾਜ਼ਗੀ ਦੂਰ ਨਹੀਂ ਹੋਵੇਗੀ, ਨਹੀਂ ਹੋ ਸਕਦੀ ਮੌਜੂਦਾ ਸਥਿਤੀ ਦੇ ਵਿੱਚ, ਤਾਂ ਫਿਰ ਤੁਸੀਂ ਟਾਈਪ ਕਰੋ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ N। ਦੇਖੋ ਇਸ ਸਵਾਲ ਦਾ ਮਤਲਬ ਕੀ ਹੈ ਉਹ ਵੀ ਮੈਂ ਤੁਹਾਨੂੰ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਸਾਡਾ ਮਕਸਦ ਇਹ ਹੈ ਕਿ ਲੋਕ ਪੰਜਾਬ ਦੇ ਕੀ ਸੋਚ ਰਹੇ ਨੇ ਉਹ ਜ਼ਰੂਰ ਸਾਡੇ ਦਰਸ਼ਕਾਂ ਤੱਕ ਪਹੁੰਚ ਸਕੇ। ਸਿੱਧੂ ਦੀ ਨਾਰਾਜ਼ਗੀ ਦੂਰ ਹੋਣ ਦਾ ਮਤਲਬ ਸਿੱਧਾ ਜਿਹਾ ਕਿ ਸਿੱਧੂ 2022 ਦੇ ਵਿੱਚ ਕਾਂਗਰਸ ਨਾਲ ਖੜੇ ਨਜ਼ਰ ਆਉਣਗੇ। ਪਰ ਜੇਕਰ ਨਾਰਾਜ਼ਗੀ ਦੂਰ ਨਹੀਂ ਹੁੰਦੀ ਤਾਂ ਕੀ ਵਾਕਈ ਫਿਰ ਵੀ ਸਿੱਧੂ ਕਾਂਗਰਸ 'ਚ ਹੋਣਗੇ ਜਾਂ ਫਿਰ ਜਿਹੜੇ ਵੈਲਕਮ ਹੋ ਰਹੇ ਨੇ ਜਾਂ ਬਦਲ ਇਸ ਸਮੇਂ ਸਿੱਧੂ ਨੂੰ ਨਜ਼ਰ ਆ ਰਹੇ ਨੇ ਸਿੱਧੂ ਉੱਧਰ ਵੀ ਜਾ ਸਕਦੇ ਨੇ? ਖੈਰ ਇਹ ਕਿਆਸ ਰਾਇਆਂ ਨੇ ਤੇ ਇਹ ਵੀ ਕਿਹਾ ਜਾਂਦਾ ਕਿ ਸਿਆਸਤ ਦੇ ਵਿੱਚ ਹਰ ਇੱਕ ਚੀਜ਼ ਪੋਸੀਬਲ ਹੁੰਦੀ ਹੈ। ਜੋ ਅੱਜ ਜਿਸ ਪਾਰਟੀ ਦੇ ਨਾਲ ਹੈ ਉਹ ਕੱਲ ਇਸ ਦੇ ਖਿਲਾਫ ਵੀ ਹੋ ਸਕਦਾ ਹੈ, ਪਰਸੋਂ ਨੂੰ ਦੁਬਾਰਾ ਉਸ ਪਾਰਟੀ 'ਚ ਵੀ ਜਾ ਸਕਦਾ ਹੈ। ਜਿਵੇਂ ਨਵਜੋਤ ਸਿੰਘ ਸਿੱਧੂ ਬੀਜੇਪੀ ਤੋਂ ਬਾਹਰ ਗਏ ਕਾਂਗਰਸ ਦੇ ਵਿੱਚ, ਤਾਂ ਜੇ ਉਹ ਕਾਂਗਰਸ ਤੋਂ ਵਾਪਸ ਬੀਜੇਪੀ ਦੇ ਵਿੱਚ ਆ ਜਾਂਦੇ ਨੇ ਤਾਂ ਸਿਆਸਤ ਦੇ ਵਿੱਚ ਕੋਈ ਬਹੁਤ ਵੱਡਾ ਉਲਟਫੇਰ ਨਹੀਂ ਕਿਹਾ ਜਾਏਗਾ। ਇਹ ਪੋਸਿਬਿਲਿਟੀ ਹੈ, ਮਤਲਬ ਬਹੁਤ ਜ਼ਿਆਦਾ ਕਈ ਵਾਰ ਹੈਰਾਨ ਕਰਨ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ। ਤੇ ਇਸ ਦੇ ਨਾਲ ਹੀ ਅਸੀਂ ਆਪਣੇ ਦਰਸ਼ਕਾਂ ਦੇ ਨੂੰ ਸਵਾਲ ਪੁੱਛ ਰਹੇ ਹਾਂ ਤੇ ਨਾਲ ਕੁਝ ਸਵਾਲ ਜਿਨ੍ਹਾਂ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ ਕਿ ਕਾਂਗਰਸ ਤੇ ਸਿੱਧੂ ਦੀ ਨਾਰਾਜ਼ਗੀ ਦੂਰ ਹੋਵੇਗੀ? ਕਿ ਕੋਈ ਵੱਡਾ ਅਹੁਦਾ ਹੀ ਸਿੱਧੂ ਨੂੰ ਕਾਂਗਰਸ ਦੇ ਵਿੱਚ ਰੋਕ ਸਕੇਗਾ? ਕਿ ਰਾਹੁਲ ਗਾਂਧੀ ਦੀ ਫੇਰੀ ਵੀ ਸਿੱਧੂ ਨੂੰ ਨਾਰਾਜ਼ਗੀ ਦੂਰ ਨਹੀਂ ਕਰ ਸਕੀ? ਕਿ ਸਿੱਧੂ ਜੋੜਾ ਬੀਜੇਪੀ 'ਚ ਵਾਪਸੀ ਕਰ ਸਕਦਾ ਹੈ ਜਿਸ ਤਰੀਕੇ ਨਾਲ ਮੈਡਮ ਸਿੱਧੂ ਦੇ ਖਾਸ ਤੌਰ ਤੇ ਪਿਛਲੇ ਕੁਝ ਸਮੇਂ 'ਚ ਬਿਆਨ ਆਏ ਨੇ? ਤੇ ਸਵਾਲ ਤਾਂ ਇਹ ਵੀ ਹੈ ਕਿ ਸਿੱਧੂ 2022 ਦੇ ਵਿੱਚ ਕਿਸੇ ਵੀ ਪਾਰਟੀ ਲਈ ਕੀ ਗੇਮ ਚੇਂਜਰ ਸਾਬਤ ਹੋ ਸਕਦੇ ਨੇ? ਅੱਜ ਅਸੀਂ ਇਸ ਦੇ ਉੱਤੇ ਗੱਲਬਾਤ ਕਰਾਂਗੇ। ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ, ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਤੁਸੀਂ ਆਪਣੀ ਰਾਏ ਜ਼ਰੂਰ ਭੇਜੋ। ਸਿੱਧੂ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਕਿ ਵਾਕਈ ਨਾਰਾਜ਼ਗੀ ਦੂਰ ਹੋ ਜਾਏਗੀ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ? ਅਸੀਂ ਇਸ ਦੇ ਉੱਤੇ ਗੱਲਬਾਤ ਕਰਾਂਗੇ ਤੇ ਮੈਂ ਸ਼ੁਰੂਆਤ ਕਰਨ ਜਾ ਰਿਹਾ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਣਾ ਅੱਜ ਦੇ ਮਹਿਮਾਨ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਸਾਡੇ ਨਾਲ ਗੁਰਕੀਰਤ ਸਿੰਘ ਕੋਟਲੀ ਜੀ ਜੁੜ ਰਹੇ ਨੇ ਜੋ ਕਿ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਕਾਂਗਰਸ ਦੇ ਸੀਨੀਅਰ ਲੀਡਰ ਨੇ, ਵਿਧਾਇਕ ਨੇ ਕਾਂਗਰਸ ਦੇ। ਕੋਟਲੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਚਰਚਾ ਦੇ ਵਿੱਚ। ਇਸ ਦੇ ਨਾਲ ਹੀ ਸਾਡੇ ਨਾਲ ਮਾਸਟਰ ਮੋਹਨ ਲਾਲ ਜੀ ਜੁੜ ਰਹੇ ਨੇ, ਬੀਜੇਪੀ ਦੇ ਸੀਨੀਅਰ ਆਗੂ ਨੇ ਪੰਜਾਬ ਦੇ ਵਿੱਚ, ਸਾਬਕਾ ਕੈਬਨਿਟ ਮੰਤਰੀ ਨੇ, ਇੱਕ ਵੱਡਾ ਚਿਹਰਾ ਪੰਜਾਬ ਬੀਜੇਪੀ ਦਾ। ਮਾਸਟਰ ਮੋਹਨ ਲਾਲ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਸਾਡੀ ਅੱਜ ਦੀ ਇਸ ਚਰਚਾ ਦੇ ਵਿੱਚ। ਸ਼ੁਰੂਆਤ ਮਾਸਟਰ ਮੋਹਨ ਲਾਲ ਜੀ ਤੁਹਾਡੇ ਤੋਂ, ਇਸ ਚਰਚਾ ਦੀ ਸ਼ੁਰੂਆਤ ਮੈਂ ਤੁਹਾਡੇ ਤੋਂ ਹੀ ਕਰਨ ਜਾ ਰਿਹਾ ਹਾਂ। ਮੈਂ ਵੀ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਥੋੜੀ ਦੇਰ ਦੇ ਵਿੱਚ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਜੀ ਵੀ ਜੁੜਨਗੇ, ਮੈਂ ਉਹਨਾਂ ਦਾ ਵੀ ਰੁਖ ਕਰਾਂਗਾ। ਸ਼ੁਰੂਆਤ ਮਾਸਟਰ ਮੋਹਨ ਲਾਲ ਜੀ ਤੁਹਾਡੇ ਤੋਂ ਹੀ। ਪਹਿਲਾ ਸਵਾਲ, ਬੀਜੇਪੀ ਸਿੱਧੂ ਨੂੰ ਲੈ ਕੇ ਇੰਨੀ ਉਤਸੁਕ ਕਿਉਂ ਹੈ? ਕਿ ਹੁਣ ਬੀਜੇਪੀ ਨੂੰ ਲੱਗ ਰਿਹਾ ਹੈ ਕਿ ਅਕਾਲੀ ਦਲ ਤੋਂ ਨਾਤਾ ਟੁੱਟ ਚੁੱਕਿਆ ਹੈ ਤੇ ਹੁਣ ਸਿੱਧੂ ਬਿਨਾਂ ਗੁਜ਼ਾਰਾ ਨਹੀਂ, ਤੇ ਸਿੱਧੂ ਨੂੰ ਇਸ ਕਰਕੇ ਦਿਲ ਖੋਲ ਕੇ ਮਾਸਟਰ ਮੋਹਨ ਲਾਲ ਵੀ ਵੈਲਕਮ ਕਰ ਰਹੇ ਨੇ ਤੇ ਮਾਸਟਰ ਮੋਹਨ ਲਾਲ ਕਰ ਰਹੇ ਨੇ, ਤਾਂ ਇਸ ਦਾ ਮਤਲਬ ਹੈ ਕਿ ਬੀਜੇਪੀ ਵੀ ਵੈਲਕਮ ਕਰ ਰਹੀ ਹੈ। ਕਿ ਵਾਕਈ ਹੁਣ ਬੀਜੇਪੀ, ਪੰਜਾਬ ਬੀਜੇਪੀ ਨੂੰ ਲੱਗਦਾ ਹੈ ਕਿ ਸਿੱਧੂ ਬਿਨਾਂ ਗੁਜ਼ਾਰਾ ਨਹੀਂ? ਮਾਸਟਰ ਮੋਹਨ ਲਾਲ ਜੀ। ਦੇਖੋ, ਤੁਸੀਂ ਬੜੀ ਦੇਰ ਤੋਂ ਬੜੇ ਪ੍ਰਬੁੱਧ ਇਸ ਟੈਲੀਵਿਜ਼ਨ ਨਾਲ ਜੁੜੇ ਹੋ, ਬਹੁਤ ਇੱਜ਼ਤ ਮਾਨ ਮੇਰੇ ਮਨ 'ਚ ਤੁਹਾਡੇ ਪ੍ਰਤੀ ਹੈ। ਜੋ ਪੋਲੀਟੀਕਲ ਸਿਨੈਰੀਓ ਬਣ ਰਿਹਾ ਯਾਰ ਉਸ ਤੇ ਗੌਰ ਕਰੋ। ਨੰਬਰ 1, ਸਿੱਧੂ ਨੇ ਕਿਹਾ ਸੀ ਜਿਸ ਵੇਲੇ ਸਾਨੂੰ ਛੱਡਿਆ ਸੀ ਕਿ ਅੱਜ ਤੁਸੀਂ ਅਕਾਲੀਆਂ ਨੂੰ ਛੱਡੋ, ਮੈਂ ਤੁਹਾਡੇ ਨਾਲ ਖੜਾ।
ਤੁਸੀਂ ਉਹ ਸਟੇਟਮੈਂਟਾਂ ਕੱਢੋ ਯਾਰ 3-4 ਸਾਲ ਪਹਿਲੇ ਦੀਆਂ ਸਟੇਟਮੈਂਟਾਂ ਕੱਢ ਲਓ ਔਰ ਮੈਂ ਅੱਜ ਉਹ ਸਟੇਟਮੈਂਟਾਂ ਫਿਰ ਦੁਹਰਾਉਣਾ ਚਾਹਨਾ। ਭਾਰਤੀ ਜਨਤਾ ਪਾਰਟੀ ਮੇਰੀ ਮਾਂ ਹੈ। ਮੇਰੀ ਨਾਰਾਜ਼ਗੀ ਸਿਰਫ ਸ਼੍ਰੋਮਣੀ ਅਕਾਲੀ ਦਲ ਨਾਲ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਛੱਡੇ, ਅੱਜ ਮੈਂ ਭਾਰਤੀ ਜਨਤਾ ਪਾਰਟੀ ਨਾਲ ਹਾਂ। ਦੂਸਰੀ ਬੇਨਤੀ ਮੈਂ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ। ਅਸੀਂ ਬੜੀ ਦੇਰ ਤੱਕ ਇਹ ਵੀ ਸਟੇਟਮੈਂਟਾਂ ਸੁਣਦੇ ਰਹੇ ਹਾਂ। ਨਵਜੋਤ ਸਿੱਧੂ ਜੀ ਆਖਦੇ ਸਨ ਕਿ ਬਈ ਅਰੁਣ ਜੇਤਲੀ ਮੇਰੇ ਗੁਰੂ ਨੇ ਤੇ ਮੈਂ ਉਹਨਾਂ ਦਾ ਸ਼ਾਗਿਰਦ ਹਾਂ। ਗੁਰੂ ਔਰ ਸ਼ਿਸ਼ ਦੇ ਵਿਚਕਾਰ ਕਿਸੇ ਕਿਸਮ ਦਾ ਹੋ ਗਿਆ ਗੱਲਬਾਤ, ਵਿਚਾਰਾਂ ਦਾ ਮਤਭੇਦ ਹੋ ਗਿਆ ਤੇ ਅਰੁਣ ਜੇਤਲੀ ਅੰਮ੍ਰਿਤਸਰ ਦੀ ਪਾਰਲੀਮੈਂਟ ਦੀ ਟਿਕਟ ਤੇ ਚੁਣਾਵ ਲੜ ਗਏ। ਨਵਜੋਤ ਸਿੱਧੂ ਜੀ ਨਾਰਾਜ਼ ਹੋ ਗਏ, ਚਲੇ ਗਏ। ਲੇਕਿਨ ਬੀਜੇਪੀ ਦੇ ਪ੍ਰਤੀ ਉਹਨਾਂ ਦਾ ਕਿਤੇ ਵੀ ਮਨ ਸੌੜਾ ਨਹੀਂ ਹੋਇਆ। ਉਹਨਾਂ ਨੇ ਹਮੇਸ਼ਾ ਕਿਹਾ ਹੈ ਕਿ ਬੀਜੇਪੀ ਮੇਰੀ ਮਾਂ ਹੈ। ਅਕਾਲੀ ਸਾਡੇ ਤੋਂ ਆਪਣੇ ਆਪ ਵੱਖ ਹੋ ਗਏ, ਅਸੀਂ ਨਹੀਂ ਉਹਨਾਂ ਨੂੰ ਕੁਝ ਕਿਹਾ, ਨਹੀਂ ਕਿਹਾ। ਤੇ ਸਿੱਧੀ ਗੱਲ ਹੈ ਕਿ ਸਿੱਧੂ ਕੋਲ ਇੱਕੋ ਇੱਕ ਤਰੀਕਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਉਹਨਾਂ ਦੀ ਓਰੀਜਨਲ ਪਾਰਟੀ ਹੈ, ਮਾਂ ਪਾਰਟੀ ਹੈ, ਉਸ 'ਚ ਉਹਨੇ ਆਉਣਾ ਹੈ। ਅੱਜ ਨਹੀਂ ਆਣਗੇ, ਕੱਲ ਆ ਜਾਣਗੇ। 22 ਦੇ ਇਲੈਕਸ਼ਨ ਆਉਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਹੋਣਗੇ। ਇਹ ਮੇਰੀ ਭਵਿੱਖਬਾਣੀ ਨਹੀਂ, ਮੇਰਾ ਛੋਟਾ ਭਰਾ ਹੈ ਔਰ ਉਸ ਛੋਟੇ ਭਰਾ ਤੇ ਪੂਰਾ ਵਿਸ਼ਵਾਸ ਹੈ ਕਿ ਜਿਨ੍ਹਾਂ ਚੀਜ਼ਾਂ ਕਰਕੇ ਉਹ ਛੱਡ ਕਰਕੇ ਗਏ ਸੀ, ਅੱਜ ਉਹ ਚੀਜ਼ਾਂ ਦੂਰ ਹੋ ਗਈਆਂ। ਅੱਜ ਉਹ ਸਾਰੇ ਲਾਮੇ ਜਿਹੜੇ ਸੁਣਦੇ ਲੱਥ ਗਏ ਤੇ ਆਓ ਆਪਣੇ ਘਰ ਨੂੰ ਕਿਉਂ ਜਾਣਨਾ ਹੈ? ਆਪਣੇ ਘਰ 'ਚ ਆਓ, ਵੈਲਕਮ ਕਰਨੇ ਆ, ਸਵਾਗਤ ਕਰਨੇ ਆ। ਮੇਰੇ ਭਰਾਓ, ਇੱਜ਼ਤ ਮਾਨ, ਤੁਸੀਂ ਤੁਹਾਡੇ ਵਰਗਾ ਇਮਾਨਦਾਰ ਆਦਮੀ ਕੋਈ ਨਹੀਂ। ਸਿੱਧੂ ਵਰਗਾ ਇਮਾਨਦਾਰ ਨਿਧੜਕ ਬੋਲਣ ਵਾਲਾ ਕਾਂਗਰਸ ਕੀ ਦੇਗੀ ਉਹਨੂੰ ਜੀ? ਕਾਂਗਰਸ ਵੱਡੇ ਤੋਂ ਵੱਡਾ ਅਹੁਦਾ ਕੀ ਦੇਗੀ? ਜੋ ਇੱਜ਼ਤ ਮਾਨ ਸਮਾਨ ਅਸੀਂ ਦੇ ਸਕਦੇ ਹਾਂ ਵੱਡੇ ਅਹੁਦੇ ਨਾਲ, ਉਹ ਅੱਗੇ ਹੀ ਬੜਾ ਵੱਡਾ ਆਦਮੀ ਹੈ, ਉਹਨੂੰ ਅਹੁਦੇ ਦੀ ਜ਼ਰੂਰਤ ਨਹੀਂ ਹੈਗੀ। ਉਹ ਇਸ ਸਤਰ ਤੇ ਹੈ ਕਿ ਉਹਨੂੰ ਅਹੁਦੇ ਦੀ ਜ਼ਰੂਰਤ ਨਹੀਂ ਹੈਗੀ। ਉਹ ਸਿਰਫ ਆਪਣੀ ਨਾਰਾਜ਼ਗੀ ਜ਼ਾਹਿਰ ਕਰਕੇ ਸਾਡੇ ਕੋਲ ਗਏ, ਨਾਰਾਜ਼ਗੀਆਂ ਦੂਰ ਹੋ ਗਈਆਂ। ਦੋਨੇ ਗੱਲਾਂ ਉਹ ਅਰੁਣ ਜੇਤਲੀ ਜੀ ਈਸ਼ਵਰ ਨੂੰ ਵੈਸੇ ਹੀ ਪਿਆਰੇ ਹੋ ਗਏ। ਜਿਹੜਾ ਪੋਲੀਟੀਕਲ ਸਿਨਾਰੀਓ ਸਮਝਾ ਰਹੇ ਹੋ, ਲਾਜ਼ਮੀ ਤੌਰ ਦੇ ਉੱਤੇ ਉਸ ਦੇ ਵਿੱਚ ਵਜ਼ਨ ਨਜ਼ਰ ਆਉਂਦਾ। ਠੀਕ ਹੈ ਮਾਸਟਰ, ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ। ਮੈਂ ਉਸ ਤੋਂ ਬਾਅਦ ਮੇਰੇ ਮਹਿਮਾਨ ਜਿਹੜੇ ਸਾਡੇ ਨਾਲ ਹੋਰ ਜੁੜੇ, ਮੈਂ ਉਹਨਾਂ ਦਾ ਰੁਖ ਕਰਾਂ। ਤੁਸੀਂ ਬਹੁਤ ਸੀਨੀਅਰ ਹੋ ਸਰ ਸਿਆਸਤ ਦੇ ਵਿੱਚ। ਦੇਖੋ, ਕੈਡਰ ਦੇ ਵਿੱਚ ਜੋਸ਼ ਭਰਨ ਦੇ ਲਈ ਨਵਜੋਤ ਸਿੰਘ ਸਿੱਧੂ ਦਾ ਨਾਮ ਪੰਜਾਬ ਦੇ ਵਿੱਚ ਕਾਫੀ ਹੋ ਸਕਦਾ ਹੈ, ਪਰ ਕਿਹਾ ਜਾਂਦਾ ਨਾ ਕਿ ਕੋਈ ਨਾ ਕੋਈ ਸੰਕੇਤ ਤਾਂ ਦੱਸ ਦਿਓ ਕਿ ਤੁਸੀਂ ਐਡੀ ਵੱਡੀ ਭਵਿੱਖਬਾਣੀ ਕਰ ਰਹੇ ਹੋ ਕਿ 2022 ਆਉਣ ਦੋ, ਸਿੱਧੂ ਸਾਡੇ ਨਾਲ ਹੋਣਗੇ, ਸਾਡੀ ਟਿਕਟ ਤੇ ਚੋਣ ਲੜਨਗੇ। ਇਹ ਸੰਕੇਤ ਕਿੱਥੋਂ ਮਿਲ ਰਹੇ ਨੇ ਤੁਹਾਨੂੰ? ਸਿਨਾਰੀਓ ਮੈਂ ਸਮਝ ਰਿਹਾ ਗੱਲ ਦਾ, ਜਿਹੜਾ ਤੁਸੀਂ ਕਹਿ ਦਿੱਤਾ ਕਿ ਅਕਾਲੀ ਦਲ ਹੁਣ ਸਾਡੇ ਨਾਲ ਨਹੀਂ, ਅੰਮ੍ਰਿਤਸਰ ਵਾਲੀ ਸੀਟ ਖਾਲੀ ਹੈ ਤੇ ਹੁਣ ਸਾਰਾ ਕੁਝ ਇਸ ਸਮੇਂ ਸਥਿਤੀ ਇਸ ਤਰੀਕੇ ਦੀ ਹੈ ਕਿ ਸਿੱਧੂ ਦਾ ਐਂਟਰੀ ਨੂੰ ਕੋਈ ਰੋਕ ਨਹੀਂ ਸਕਦਾ। ਪਰ ਫਿਰ ਵੀ ਕਿ ਸਿੱਧੂ ਨੇ ਕੋਈ ਸੰਕੇਤ ਦਿੱਤਾ ਹੋਵੇ, ਅੰਦਰ ਖਾਤੇ ਕੋਈ ਗੱਲਬਾਤ ਚੱਲ ਰਹੀ ਹੋਵੇ, ਤੁਹਾਡੀ ਗੱਲ ਤੇ ਬੜਾ ਵਜ਼ਨ ਹੁੰਦਾ ਹੈ ਸਰ। ਲੋਕ ਬਹੁਤ ਸੁਣਦੇ ਨੇ ਧਿਆਨ ਦੇ ਨਾਲ। ਇੰਨੇ ਸਿਆਣੇ ਹੋ ਤੁਸੀਂ।